मेरा पंजाब न्यूज़ ਦੇ ਤੁਹਾਡਾ ਸਵਾਗਤ ਹੈ। ਤੁਸੀਂ ਵੇਖ ਰਹੇ ਹੋ ਮੇਰਾ ਪੰਜਾਬ ਨਿਊਜ਼। ਪਿਛਲੇ ਦਿਨੀ ਦਿੜਬਾ ਵਿਖੇ ਜਾਗਦਾ ਪੰਜਾਬ ਮਿਸ਼ਨ ਅਤੇ ਸਹਾਇਤਾ NGO ਵੱਲੋਂ ਦਿੜਬਾ ਦੇ ਗੁਰਦੁਆਰਾ ਬੈਰਸੈਣਾ ਸਾਹਿਬ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ ਅਤੇ ਇਸ ਮੌਕੇ ਬਹੁਤ ਸਾਰੇ ਬੁਲਾਰਿਆਂ ਤੋਂ ਇਲਾਵਾ ਡਾਕਟਰ ਪਿਆਰੇ ਲਾਲ ਗਰਗ ਨੇ ਵੀ ਪਹੁੰਚ ਕੇ ਆਪਣੇ ਵਿਚਾਰ ਪੇਸ਼ ਕੀਤੇ। ਉਹ ਵੇਖੀਏ ਸਮੇਂ ਦੀਆਂ ਤਸਵੀਰਾਂ। गुरु महाराज की गोद बैठी साध संगति फतेह साधी करो वाहिगुरू जी का खालसा श्री वाहिगुरू जी की बंदिया है ये साथियों जो कानून आए थे मैं कईया अपने साथियों के नाल गल कीती भी ये कानून जिवें जिवें पता लगता है ये बहुत सख्त कानून ने ये ਆਪਾਂ ਨੂੰ ਬੇਰੁਜ਼ਗਾਰ ਕਰ ਦੇਣਗੇ, ਦਿਹਾੜੀਦਾਰ ਬਣਾ ਦੇਣਗੇ। ਤੇ ਉਹਦੇ ਵਿੱਚ ਜਦੋਂ ਚਰਚਾ ਚੱਲੀ ਤੇ ਅਸੀਂ ਯਤਨ ਕੀਤਾ ਵੀ ਜਿੰਨਾ ਚਿਰ ਆਪਾਂ ਕਿਸਾਨ ਜਥੇਬੰਦੀਆਂ ਨੂੰ ਇੱਕ ਮੰਚ ਤੇ ਇਕੱਠਿਆਂ ਨਹੀਂ ਕਰਦੇ ਉਹਨਾਂ ਤੇ ਲੜਾਈ ਲੜਨੀ ਬੜੀ ਔਖੀ ਹੈ। ਸਾਥੀਓ ਅਸੀਂ ਆਪਣੇ ਏਰੀਏ ਤੋਂ ਪਟਿਆਲਾ ਦੇ ਨਾਲ ਹਲਕਾ ਸਨੌਰ ਪੁੱਤਰ ਜਿਹੜੀ ਕਸਬਾ ਸਾਡਾ ਪਿੰਡ ਸ਼ਾਦੀਪੁਰਾ ਉੱਥੇ ਅਸੀਂ ਇਕੱਠੇ ਹੋ ਕੇ ਚਾਰਾਂ ਅਗਸਤ ਵੱਡੀਆਂ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਵੱਲ ਨੂੰ ਚੱਲੇ, ਪੁਰਾਣੀਆਂ ਜਥੇਬੰਦੀਆਂ ਤੱਕ ਸਾਡੀ ਜਿਹੜੇ ਜਿਨ੍ਹਾਂ ਦਾ ਤਜਰਬਾ ਸੀ ਬਹੁਤ ਜ਼ਿਆਦਾ। ਸਭ ਤੋਂ ਪਹਿਲਾਂ ਮੈਂ ਜੱਗੇਵਾਲ ਸਾਹਿਬ ਨੂੰ ਮਿਲਿਆ ਤੇ ਉਹਨਾਂ ਤੋਂ ਬਾਅਦ ਉਹਨਾਂ ਨੇ ਹਾਲੇ ਘੜੀ ਫਿਰ ਰਾਜੇਵਾਲ ਸਾਹਿਬ ਨੂੰ ਮਿਲੇ। ਉਸ ਤੋਂ ਬਾਅਦ ਬਹੁਤ ਵਧੀਆ ਤਰੀਕੇ ਨਾਲ ਉਹਨੇ ਆਪਣੀਆਂ ਗੱਲਾਂ ਦੀ ਜਿਹੜੀ ਸਾਨੂੰ ਸਮਝਿਆ ਗਿਆ। ਮੈਂ ਤੇ ਇੱਕੋ ਗੱਲ ਕਹਾਂਗਾ, ਕੰਡਿਆਂ ਦੇ ਵਿੱਚ ਖਿਲਿਆ ਜਿਵੇਂ ਫੁੱਲ ਗੁਲਾਬ ਦਾ, ਕੰਡਿਆਂ ਦੇ ਵਿੱਚ ਖਿਲਿਆ ਜਿਵੇਂ ਫੁੱਲ ਗੁਲਾਬ ਦਾ, ਲੜਨਾ ਸਿਖਾਉਂਦਾ ਸ਼ਾਂਤ ਰਹੇਗੀ। ਇਹ ਅਸੂਲ ਹੈ ਪੰਜਾਬ ਦਾ। यानी एक लड़ाई है ਜਿਹੜੀ 1.5 साल तक ਸਾਡੇ ਪੰਜਾਬ ਦੇ ਸਾਰੇ ਹਿੰਦੁਸਤਾਨ ਹੀ ਨਹੀਂ ਬਲਕਿ ਪੂਰੇ ਜਗਤ ਨੂੰ ਜਿੱਤ ਕੇ ਦਿਖਾਈਏ, ਲੜਕੇ ਵੀ ਦਿਖਾਈਏ और ਜਿੱਤ ਕੇ ਵੀ ਦਿਖਾਈਏ, ਅਗਵਾਈ ਵੀ ਕੀਤੀ ਹੈ। और ਉਸੇ ਤਰੀਕੇ ਦੇ ਨਾਲ ਮੈਂ ਇੱਕ ਬਸ ਅੰਤ ਦੇ ਦੋ ਸ਼ਬਦ ਜਿਹੜੇ ਮੇਰੇ ਨੇ ਉਹ ਨੇ ਜਾਗਦਾ ਪੰਜਾਬ। ਜਾਗਦਾ ਪੰਜਾਬ ਡਾਕਟਰ ਕਰਮਜੀਤ ਸਾਹ ਜੀ ਬਹੁਤ ਬੜਾ ਤੁਹਾਡਾ ਜੋ ਉਪਰਾਲਾ ਹੈ और बहुत ही बढ़िया। मैं तो सोच रहा था कि मैं आसे पासे निगाह घुमा के ना साथी वाले डॉक्टर साहब ने यूज करिया कि मैं सोच रहा था कि हुण किहड़ी पार्टी कौन किहदे नाल असीं तुरीए, की करिए की ना करिए, लेकिन सारी पार्टी को मन मोड़ के साथी वाले मैं अपनी बादल के उत्ते एक वर्ग आ वो अपने साधु संतां दे रूप विच ने ते ਉਹ ਟੱਲੀ ਦੀ ਨਾਲ ਮਤਲਬ ਜਾਂਦੇ ਆ ਪਿੰਡਾਂ ਦੇ ਵਿੱਚ ਦੁਕਾਨਾਂ ਦੇ ਉੱਤੇ। ਉਹ ਸਾਥੀਓ ਉਸ ਵਰਗ ਨੇ ਵੀ 2000 ਘੱਟੋ ਘੱਟ ਬੰਦਾ ਗਿਆ ਇਕੱਠਾ ਹੋ ਕੇ ਔਰ ਉਹਨਾਂ ਨੇ ਜਾ ਕੇ ਕਿਹਾ ਕਿ ਅਸੀਂ ਇਹਨੂੰ ਇਸ ਅੰਦੋਲਨ ਨੂੰ ਅਸੀਂ ਹਮਾਇਤ ਕਰਨ ਵਾਸਤੇ ਆਏ ਆ। ਇਸ ਕਰਕੇ ਸਾਥੀਓ ਹਰ ਵਰਗ ਦੇ ਵਿੱਚੋਂ ਵੱਡੇ ਪੱਧਰ ਦੇ ਉੱਤੇ ਇਸ ਅੰਦੋਲਨ ਨੂੰ ਹਮਾਇਤ ਮਿਲੀ ਹੈ ਤੇ ਤਾਂ ਕਰਕੇ ਆਪਾਂ ਜਿੱਤ ਪ੍ਰਾਪਤ ਕਰਕੇ ਅੱਜ ਸਾਰੇ ਉਸ ਖੁਸ਼ੀ ਦੇ ਵਿੱਚ ਇਹਨਾਂ ਨੇ ਬਾਈ ਜੀ ਉਹਨਾਂ ਨੇ ਵੱਡਾ ਉਪਰਾਲਾ ਕਰਕੇ ਆਪਾਂ ਸਾਰਿਆਂ ਨੂੰ ਇਕੱਠਿਆ ਕੀਤਾ ਹੈ। ਮੇਰੇ ਸਾਹਮਣੇ ਬੈਠੇ ਨੇ ਮੇਰੇ ਸਾਥੀ, ਮੈਂ ਜੇ ਨਾਮ ਲੈ ਲੱਗਾ ਇਕੱਲੇ ਕਰਨਾ ਤੇ ਬਹੁਤ ਸਮਾਂ ਲੱਗ ਜੂਗਾ। ਇਸ ਕਰਕੇ ਮੈਂ ਅੰਤ ਵਿੱਚ ਮੇਰੀ ਮਜਬੂਰੀ ਨਾਲ ਥੋੜੀ ਮੈਂ ਬਾਈ ਪੱਕੀ ਬਾਈ ਜੀ ਨੂੰ ਦੱਸਿਆ ਸੀ ਕਿ ਮੀਟਿੰਗ ਚੰਡੀਗੜ੍ਹ ਚੱਲ ਰਹੀ ਹੈ। ਇਹਨਾਂ ਦਾ ਪਿਆਰ ਹੈ ਜਿਹੜਾ ਉਹ ਖਿੱਚ ਕੇ ਲਿਆ। ਟਾਈਮ ਇੱਥੇ ਵੀ 11 ਵਜੇ ਦਾ ਸੀ ਤੇ ਸਾਡੀ ਮੀਟਿੰਗ ਵੀ ਚੰਡੀਗੜ੍ਹ 11 ਵਜੇ ਸ਼ੁਰੂ ਹੋਈ ਹੈ। ਮੈਂ ਤੁਹਾਡੇ ਸਾਰਿਆਂ ਤੋਂ ਖਿਮਾ ਚਾਹੁੰਦਾ, ਸਮੇਂ ਵੀ ਘੱਟ ਕਰਕੇ ਮੈਂ ਜਾਣਾ, ਮੇਰੀ ਮਜਬੂਰੀ ਹੈ ਤੇ ਤੁਹਾਡਾ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ। ਪੰਮੀ ਬਾਈ ਜੀ ਹੋਰਾਂ ਦਾ ਧੰਨਵਾਦ। ਸਰਾਫ ਸਾਹਿਬ ਬੈਠੇ ਨੇ, ਮੇਰੇ ਰਿਸ਼ਤੇਦਾਰ ਵੀ ਨੇ, ਕੋਈ ਨੇ ਵਿੱਕੀ ਕਪਤਾਨ ਸਾਹਿਬ ਬੈਠੇ ਨੇ ਸਾਰੇ, ਮੈਂ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ। ਔਰ ਜੇਕਰ ਬੋਲਦੇ ਆ ਕੋਈ ਗੱਲ ਦਾ ਸ਼ਬਦ ਹੱਥ ਕੱਟ ਨਿਕਲ ਗਿਆ ਹੋਵੇ ਮੈਂ ਅਣਜਾਣ ਸਮਝ ਕੇ ਤੁਸੀਂ ਮੈਨੂੰ ਮਾਫ ਕਰੋਗੇ। ਮੇਰੇ ਨਾਲ ਸਾਥੀ ਮੇਰੇ ਪ੍ਰੈਸ ਸਕੱਤਰ ਭਾਰਤੀ ਕਿਸਾਨ ਮੋਰਚੇ ਦੇ ਸਰਦਾਰ ਹਰਮਨ ਸਿੰਘ ਜੀ ਗੰਡੇੜਾ ਸਾਹਿਬ ਤੇ ਮੰਨੂ ਪੁੱਤਰ ਜੀ ਜੋ ਯੂਰਪ ਦੇ ਪ੍ਰਧਾਨ ਨੇ, ਉਹ ਵੀ ਕੋਲ ਤੇ ਲਗਾਉਂਦਾ। श्री गुरु ग्रंथ साहिब की पवित्र हजूरी में विराजमान समूचा संगत वाहिगुरू जी का खालसा वाहिगुरू जी की फतेह। तो सब तो पहला तो सारे संगत को इस की खुशी बताई है कि अज साढ़े 10वें पातशाह श्री गुरु गोबिंद सिंह जन्मदिन है। सारे पिंडां में जोड़े जन्मदिन दिहाड़ा सारे मनाए जा रहे हैं। सो सारे बताइए। सो ਅੱਜ ਅਸੀਂ ਜਾਗਦਾ ਪੰਜਾਬ ਦਾ ਜਿਹੜਾ ਸਮਾਗਮ ਕੀਤਾ ਹੈ, ਜਾਗਦਾ ਪੰਜਾਬ ਦੇ ਸਹਾਇਤਾ NGO, ਕਿਉਂਕਿ ਦਿੱਲੀ ਦੇ ਵਿੱਚ
बड़ा संघर्ष किया सारिया किसान जथेबंदियों ने, पूरे पंजाब ही नहीं पूरे राज्यों के किसानों ने बड़ी ताकत दिता है। दुनिया के एक बहुत बड़ा ना है किसानी अंदोलन एकमिट होकर जी जित प्राप्त की है। अभी शुरू से ही सुख सुखी थी भाई कवमी जी ने ते डॉक्टर रविंद्र जी ने ते कर्मजीत जी ने तो भी असी भी इस तरह की जित खुशी है सानू इस गल, क्योंकि सब तो पहले तो मैं साढ़े जागदा पंजाब के जोड़े मुखी ने उन्होंने बारे जान पहचान कराना। डॉक्टर कर्मजीत सराज जी साढ़े दरम्यान बैठे ने तो कई थावां से कई जिलों के डिप्टी कमिश्नर रहे हैं और जिथे भी रहे हैं पूरा ईमानदारी का काम किया है। सब तो बड़ी इन्हों की प्राप्ति है खालसा विरासत है जी कुछ ही महीनों के तैयार करवाई है। जो डिप्टी कमिश्नर रोपड़ होंगे थे इन्हों की एडी बड़ी प्राप्ति ईमानदार के सीनियर IAS अफसर बने गए हैं। इन्हों का एक पंजाब ही नहीं मतलब कौमी पद्धर पर इन्हों का नाम है। अमेरिका के वक्-वक् देशों के जोड़े साढ़े जागदा पंजाब उसके नाल ही भाई कवमी जी जिन्होंने मैंने जागदा पंजाब में जोड़े है तो 28-29 सालों तो बाई के नाल मेरे काफ़ी नेड़ता रही है। सो किसानी अंदोलन के इन्होंने बड़ा हिस्सा अपने दिल्ली डॉक्टर कर्मजीत जी के नाल जिथे भी किसी किसानी संघर्ष होता तो उत्थे हाज़री लाते तो मैं भी इन्होंने इतने कदे सलाम कदे पिंडों के असीं काफ़ी लोगों को जागरूक किया है उन्होंने अधिकारों प्रति। सो एक साढ़े नाल बहुत महान हस्ती जुड़े हैं जो किसी भी जान पहचान के इंडिया लेवल पर कोई मुथाज नहीं। डॉक्टर कर्मजीत जी डॉक्टर जिंदर राजी जी आई के स्थापना ने जिन्होंने लुधियाने हस्पताल आई का जो NGO देश भारत के डायरैक्टर ने और कई राज्यों के वो बच्चे पढ़ा रहे हैं जिन्होंने कोई पढ़ाने वाला नहीं तो उन्होंने भी असीं तुहाडे रूबरू करांगे। डॉक्टर राजेंद्र राठी जी बहुत प्यार नाल जो बच्चे लभो तो 70-75 बच्चे प्राप्त किए हैं जिन्होंने तकरीबन 5.5 लाख रुपये फीस एक साल की असीं सारे स्कूलों को पे कर चुके हैं। किसी भी बच्चे का बकाया नहीं, जिहड़ी भी फीस जिन्नी भी बनती है असीं उन्नी फीस उन्होंने बच्चों के खाते में पा रहे हैं स्कूलों में। दर्शन साथी हरी जो भारतीय किसान यूनियन के योधे ने जिन्होंने इस इलाके के बड़ा किसान यूनियन की उगराहां की इन्होंने प्रतिनिधिता की है उन्होंने शुरू कर उन्होंने भी बड़ा इतने बड़ी ताकि वो है उन्होंने भी मैंने 4-5 बच्चे दिते ने वो अडॉप्ट किए गए थे। इस तो इलावा सिद्धूपुर के भी कई इतने बड़ा योगदान है सारिया जथेबंदियां क्योंकि साडी कोई ये नहीं है कि किसी पार्टी नाल या कोई सियासी असीं चाहुंदे हां कि जिस तरह किसान एक ने उस तरह साढ़े सारे पंजाब के लोगों को सब कुछ होना चाहिए। सो इस मकसद नाल ते असीं कोई ये नहीं है कि असीं किसी को जां असीं अपने नंबर पाउंदे जां अखबारां दे विच वड्डियां ऐडां लाउणीਆਂ ने असीं जिहड़े बच्चे अडॉप्ट करते हैं मैं थोड़ा जिहा वैसे क्योंकि समा में इंतजार नहीं करता तो मेरा जरूरी नहीं बोलना जिन्ने बच्चे मैं अडॉप्ट किए हैं 70-75 जब मैं उन्होंने घरे जाना तो घरे आके रोटी भी चंगी नहीं लगती। वो कई के ना मकान ने जो सत्तां के गलियां निकलियां ने कई 2 टंक की रोटी नहीं मिलती। डॉक्टर लाठी के कमी बाई जी कर्मजीत सराज जी मैं सिर्फ फोन करता भी जी आ परिवार की आ स्थिति है तो इन्होंने मैंने इस तरह नहीं कहा कि कहते भी छीतर जी जिन्ने भी पैसा लगता बच्चे से असीं खर्चा करांगे तुसीं आओ। हाल तक इन्होंने ये नहीं पता है किन्ने महान हस्तियों मैं किहड़े बच्चे ऑर्डर किए हैं तो अज मैं वो बच्चे भी बुलाए हैं। मैं 2-3 उदाहरण दिना एक बच्चे के 98% नंबर सिर्फ वो एडमिशन के अद्धा घंटा पौना घंटा रहेगा 10 साल अमरीका गए थे तो मैं कुड़ी के नंबर दे के चलो हम लागी कहनी सर मेरा सुपना बहुत बड़ा है तो मैं भी की सुपना है कहने मेरे को पैसे मेरा बाप दिहाड़ी करता है तो 14,000 रुपये का भरना सीगा तो कहनी मैं जज बनना मेरा सुपना है वहाँ पुत्र यदा तू बोलते ही गया है पैसे लेने वाले कहनी ना सर मेरा सुपना है बनने और डॉक्टर साहब को मैं अमरीका के फोन किया राजी जी ने फोन किया इन्होंने कहता ठीक है जे कुड़ी जज बनती है जिन्ना भी खर्चा आऊगा असं कर इतने भी कुड़ी आई हुई है। जनाब पिंड के एक मजदूर सीगा बेचारा मासूम 5 कुड़ियां छड्ड गया जब उन्होंने घर मैं गया कुछ भी नहीं उन्होंने लगते भी नहीं है असं 5 कुड़ियां अडॉप्ट की 5 कुड़ियां का जोड़ा खर्चा है वो
ਉਹ ਜਾਗਦਾ ਪੰਜਾਬ ਗੁਰੂ ਦਾ ਸਾਨੂੰ ਮੈਂ ਪਤਾ ਚੱਲਦਾ ਉਹ ਕਹਿੰਦੇ ਵੀ ਜਿਹੜੀਆਂ 2 ਕੁੜੀਆਂ ਨੇ ਆਪਾਂ ਉਹਨਾਂ ਨੂੰ ਆਊਟ ਕਰ ਦਿਓ ਜਿਨ੍ਹਾਂ ਦੀ ਬਹੁਤ ਸੰਘਰਸ਼ ਦੇ ਵਿੱਚ ਰੋਲ ਹੈ ਤੇ ਜੀ ਕਦੇ ਜਿੱਥੇ ਵੀ ਸੰਘਰਸ਼ ਹੁੰਦੇ ਜਾਂਦੇ ਨੇ ਸਾਡੇ ਦਰਮਿਆਨ ਆਏ ਨੇ ਉਹਨਾਂ ਨੂੰ ਵੀ ਅਸੀਂ 2 ਮਿੰਟ ਦੇਵਾਂਗੇ। ਮਾਸਟਰ ਬਲਵਿੰਦਰ ਜੀ ਸਾਡੇ ਦੋਸਤ ਨੇ ਤੇ ਜੀਤ ਸਿੰਘ ਕਬਿਆਲ ਇੰਡੀਆ ਦੇ ਮਨੁੱਖੀ ਅਧਿਕਾਰ ਮੰਚ ਦੇ ਜਿਹੜੇ ਪ੍ਰਧਾਨ ਨੇ ਉਹ ਵੀ ਸਾਡੇ ਦਰਮਿਆਨ ਬਹੁਤ ਵੱਡੇ ਸਪਾਂਸਰ ਨੇ ਜਿਹੜੇ ਕਬੱਡੀ ਨੂੰ ਪ੍ਰਮੋਟ ਕਰ ਰਹੇ ਨੇ ਨਵੇਂ ਖਿਡਾਰੀ ਨੂੰ ਵਿਦੇਸ਼ਾਂ ਵਿੱਚ ਲੈ ਕੇ ਜਾਂਦੇ ਨੇ ਤੇ ਉਹ ਵੀ ਸਾਡੇ ਦਰਮਿਆਨ ਪਹੁੰਚੇ ਨੇ। ਅਸੀਂ ਉਹਨਾਂ ਤੋਂ ਵੀ ਮਾਫੀ ਮੰਗਣਾ ਨਹੀਂ ਬੁਲਾ ਸਕਦੇ। ਤੇ ਉਸ ਤੋਂ ਬਾਅਦ ਸਤਨਾਮ ਪੰਜਾਬੀ ਮੇਰੇ ਨਾਲ ਖੜੇ ਨੇ ਜੋ ਫਿਲਮਾਂ ਦੇ ਵਿੱਚ ਵੀ ਕੰਮ ਕੀਤਾ ਇੱਕ ਬਹੁਤ ਬੜੇ ਗਾਇਕ ਨੇ ਤੇ ਇਹਨਾਂ ਦੇ ਗਾਣੇ ਤੇ ਕਿਸਾਨੀ ਦੇ ਵਿੱਚ ਇਹਨਾਂ ਨੇ ਬਹੁਤ ਗਾਣੇ ਇਹਨਾਂ ਦੇ ਆਏ ਨੇ। ਤੇ ਇਸ ਤੋਂ ਦੇ ਨਾਲ ਹੀ ਸਾਡੇ ਵੀਰ ਮਨਿੰਦਰ ਸਿੰਘ ਲਖਬੀਰਵਾਲਾ ਜੀ ਸਾਡੇ ਬਹੁਤ ਸਹਿਯੋਗੀ ਨੇ। ਜਗਜੀਤ ਸਿੰਘ ਸੇਖੋਂ ਜੋ ਬਠਿੰਡੇ ਇਲਾਕੇ ਦੇ ਵਿੱਚ ਕਿਸੇ ਵੀ ਜਾਣ ਦੇ ਮੁਤਾਬਿਕ ਤੇ ਉਹ ਵੀ ਆਏ ਨੇ। ਅਸੀਂ ਉਹਨਾਂ ਤੋਂ ਵੀ ਮਾਫੀ ਮੰਗਦੇ ਹਾਂ। ਤੇ ਮੇਰੇ ਬਲਜੀਤ ਸਿੰਘ ਸੇਖੋਂ ਜੋ ਪੰਚਾਇਤ ਦੁਨੀਆ ਗੜਬਾ ਦੇ ਪ੍ਰਧਾਨ ਰਹੇ ਨੇ ਤੇ ਉਹਨੇ ਵੀ ਇੱਥੇ ਅਸੀਂ ਸਮਾਂ ਕੱਢਿਆ ਸੋ ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਮਾਫੀ ਮੰਗਦੇ ਹਾਂ। ਤੇ ਇਸ ਦੇ ਨਾਲ ਹੀ ਜਗਤਾਰ ਸਿੰਘ ਪਹਿਲੀਵਾਲ ਜਿਹੜੇ ਹੁਣੇ ਬੋਲ ਕੇ ਗਏ ਨੇ ਉਹਨਾਂ ਨੇ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਇਹਨਾਂ ਨੇ ਕੰਮ ਕੀਤਾ। ਚੰਡੀਗੜ੍ਹ ਤੋਂ ਮੈਂ ਕੱਲ ਫੋਨ ਕੀਤਾ ਇਹ ਆਪਣੇ ਦਰਮਿਆਨ ਆਏ ਨੇ ਤੇ ਸੁਖਦੇਵ ਸਿੰਘ ਵੀ ਨੇ ਤੇ ਉਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ। ਤੇ ਇਸ ਦੇ ਨਾਲ ਕਾਫੀ ਸ਼ਖਸੀਅਤਾਂ ਨੇ ਜੋ ਕਈ ਵਾਰ ਨਾ ਬੋਲਣਾ ਰਹਿਣਾ ਹੈ ਕਿਉਂਕਿ ਇੱਥੇ ਸਾਰੀ ਗੁਰਦੇਵ ਸਿੰਘ ਆਲੇ ਸਾਹਿਬ ਤੇ ਇਸ ਤਰ੍ਹਾਂ ਦੇ ਹੋਰ ਬਹੁਤ ਨੇ। ਉਸ ਤੋਂ ਬਾਅਦ ਵੱਡੀ ਗੱਲ ਸਾਡੇ ਜਿਹੜੀ ਪੱਤਰਕਾਰ ਸਾਥੀ ਨੇ ਮੇਰੇ ਬਹੁਤ ਸਾਥੀ ਤੇ ਉਹਨਾਂ ਦਾ ਜੇ ਕਰਨਾ ਕੀਤਾ ਜਾਵੇ ਤਾਂ ਕੋਈ ਵੀ ਸਮਾਗਮ ਅਧੂਰਾ ਹੈ ਤੇ ਉਹਨਾਂ ਨੇ ਸਮਾਂ ਕੱਢਿਆ ਮਾਲਕ ਤੇ ਕੁਲਸੀਰ ਜੀ ਤੇ ਉਹ ਵੀ ਇੱਥੇ ਪਹੁੰਚੇ ਨੇ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ। ਕਬੱਡੀ ਦੇ ਪ੍ਰਸਿੱਧ ਕਮੈਂਟਰ ਧਰਮਾ ਹੈ ਉਹ ਜਿਹੜੇ ਅਸੀਂ ਉਹਨਾਂ ਦਾ ਵੀ ਕੈਪਟਨ ਗੁਲਾਬ ਸਿੰਘ ਜੀ ਉਹਨਾਂ ਨੂੰ ਵੀ ਅਸੀਂ ਮਾਫੀ ਮੰਗਦੇ ਹਾਂ। ਹਰਬੰਸ ਸਿੰਘ ਜਥੇਦਾਰ ਇਹਨਾਂ ਨੇ ਮੈਨੂੰ ਇੱਕ ਇਹ ਮਾਨ ਸਨਮਾਨ ਬਖਸ਼ਿਆ ਉਹ ਵੀ ਇੱਕ ਜੋਗਿੰਦਰ ਗਰਾਹਾਂ ਦੀ ਪ੍ਰਧਾਨ ਸਾਹਿਬ ਦੀ ਇੱਕ ਸੱਜੀ ਬਾਹ ਬਣੇ ਹੋਏ ਨੇ ਕਸਬੇ ਦੇ ਵਿੱਚ ਜੋ ਵੀ ਇਹ ਪ੍ਰਦਰਸ਼ਨ ਹੁੰਦਾ ਉਹ ਅੱਗੇ ਤੱਕ ਉਹ ਵੀ ਆਏ ਨੇ ਤੇ ਉਹਨਾਂ ਦੇ ਸਾਰੀ ਜਥੇਬੰਦੀ ਨੂੰ ਉਹਨਾਂ ਦਾ ਵੀ ਧੰਨਵਾਦ ਕਰਦਾ। ਤੇ ਇਸ ਦੇ ਨਾਲ ਹੀ ਰਾਮ ਸਿੰਘ ਮਹਿਲਾ ਦੇ ਕਾਫੀ ਬੰਦੇ ਨੇ ਸੋ ਮੈਂ ਸਾਰਿਆਂ ਤੋਂ ਮਾਫੀ ਮੰਗਦਾ ਕਈ ਬੰਦਿਆਂ ਦੇ ਨਾਲ ਹੈ ਕਿਉਂਕਿ ਸਮਾਂ ਹੋ ਰਿਹਾ ਤੇ ਇੱਕ ਤੇ ਬਬਲਾ ਜਿਹੜਾ ਸੁਣਾਂਗੇ ਡਾਕਟਰ ਪਿਆਰੇ ਲਾਲ ਗਰਗ ਜਿਨ੍ਹਾਂ ਨੂੰ ਤੁਸੀਂ ਟੈਲੀਵਿਜ਼ਨ ਤੇ ਸੁਣਦੇ ਹੋ ਤੇ ਸਭ ਤੋਂ ਵੱਡੀ ਸਾਨੂੰ ਖੁਸ਼ੀ ਦੀ ਗੱਲ ਹੈ ਕਿ ਉਹ ਸਮਾਂ ਕੱਢ ਕੇ ਆਏ ਨੇ। ਸੋ ਇੱਥੇ ਆਪਣੇ ਭੁਪਿੰਦਰ ਬਰਨਾਲਾ ਜੀ ਪੰਜਾਬੀ ਫਿਲਮਾਂ ਦੇ ਬਹੁਤ ਬੜੇ ਐਕਟਰ ਨੇ ਉਹ ਸਾਡੇ ਜਾਗਦਾ ਪੰਜਾਬ ਬਰਨਾਲਾ ਤੋਂ ਦੇਖ ਰਹੇ ਨੇ ਉਹ ਵੀ ਆਏ ਸੀਗੇ ਚਲੋ। ਰੁਪਿੰਦਰ ਕੌਰ ਵੀ ਜਿਹੜੀ ਪੰਜਾਬੀ ਫਿਲਮਾਂ ਤੁਸੀਂ ਦੇਖਦੇ ਹੋ ਉਹ ਵੀ ਇਕੱਤਰ ਹੋਏ ਸਾਸਕ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਾਗਦਾ ਪੰਜਾਬ ਮਿਸ਼ਨ ਦੇ ਸਾਰੀ ਟੀਮ ਤੇ ਖਾਸ ਕਰਕੇ ਡਾਕਟਰ ਪਿਆਰੇ ਲਾਲ ਜੀ ਜੋ ਇੱਕ ਬੁੱਧੀਜੀਵੀ ਵਰਗ ਨਾਲ ਸੰਬੰਧ ਰੱਖਦੇ ਨੇ ਤੇ ਲੋਕਾਂ ਨੂੰ ਬੜੀ ਸੇਧ ਦਿੰਦੇ ਨੇ ਤੇ ਵੱਖ-ਵੱਖ ਪੰਜਾਬ ਦੇ ਹਿੱਸਿਆਂ ਤੋਂ ਹੋਏ ਸੰਘਰਸ਼ੀ ਲੋਕੋ ਅੱਜ ਆਪਾਂ ਦਿੱਲੀ ਜਿੱਤ ਦਾ ਜਿਹੜਾ ਜਸ਼ਨ ਮਨਾ ਰਹੇ ਹਾਂ ਮਨਾਉਣਾ ਵੀ ਚਾਹੀਦਾ ਹੈ ਤੇ ਨਾਲ ਹੀ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਵੀ ਅਸੀਂ 3 ਕਰੋੜ ਪ੍ਰਾਪਤ ਕਰਾ ਕੇ ਜਿਹੜੀ ਜਿੱਤ ਪ੍ਰਾਪਤ ਕਰ ਲਈ ਕਿਉਂਕਿ ਲੜਾਈ ਬਹੁਤ ਲੰਬੀ ਹੈ। ਇਸ ਲੜਾਈ ਨੂੰ ਜਿੱਤਣ ਲਈ ਸਾਨੂੰ ਵੱਡੇ ਏਕੇ ਦੀ ਲੋੜ ਹੈ, ਵੱਡੇ ਧੀਰਜ ਦੀ ਲੋੜ ਹੈ ਤੇ ਉਹਦੇ ਵਾਸਤੇ ਲਗਾਤਾਰ ਵੱਡੇ ਸੰਘਰਸ਼ਾਂ ਦੀ ਲੋੜ ਹੈ। ਪਰ ਸਾਡੇ ਨਾਲ ਸਾਡੇ ਆਪਦੇ ਜਿਹੜੇ ਵਿਰੁੱਧ ਖੜੇ ਨੇ ਅਸੀਂ ਦੇਖ ਰਹੇ ਹਾਂ ਪੰਜਾਬ ਦੇ ਵਿੱਚ ਜਿਹੜੇ ਕਿਸਾਨ ਦੇ ਹਤੈਸੀ ਕਹਾਉਂਦੇ ਸੀ ਉਹ ਕਿਵੇਂ ਉਸ ਜ਼ਾਲਮਾਂ ਜਮਾਤ ਦੇ ਨਾਲ ਰਲੇਵਾ ਕਰ ਰਹੇ ਨੇ। ਇੱਥੋਂ ਤੱਕ ਕਿ ਸਾਡੇ ਦੇਸ਼ ਦੇ ਜ਼ਿੰਮੇਵਾਰ ਕਾਂਗਰਸੀ ਪ੍ਰਧਾਨ ਮੰਤਰੀ ਆਪਣੀ ਨਾਕਾਮੀਆਂ ਨੂੰ ਛੁਪਾਉਣ ਵਾਸਤੇ ਉਹਨਾਂ ਕਿਰਤੀ ਲੋਕਾਂ ਦੇ ਕਿੱਡੇ ਵੱਡੇ ਦੁਸ਼ਮਣ ਆ ਰਹੇ ਨੇ ਕਿ ਸਾਨੂੰ ਜਾਨ ਦਾ ਖਤਰਾ ਹੈ।
ये बड़ा एक विचार का विषय है ते समा जिहड़ा चोणां दा है ਉਹਦੇ ਵਿੱਚ ਵੀ ਵੱਡੀ ਤਰ੍ਹਾਂ ਦੀਆਂ ਜਿਹੜੀ ਗੱਲਾਂ ਆਈਆਂ ਨੇ ਉਹ 'ਚ ਵੀ ਬਹੁਤ ਸਾਰੇ ਭਰਾ ਜਿਹੜੇ ਉਹਨਾਂ ਦੇ ਕਾਰਨਾਂ 'ਚ ਰਲਦੇ ਨੇ ਪਰ ਅਸੀਂ ਉਹ ਵੀ ਸੋਚੀਏ ਕਿ ਉਹਨਾਂ ਨੇ 17 ਸਾਲਾਂ 'ਚ ਸਾਡੇ ਨਾਲ ਕੀਤਾ ਕੀ ਹੈ, ਸਾਡੇ ਦੇਸ਼ ਦਾ ਹਾਲਾਤ ਕੀ ਬਣਾਇਆ ਹੈ। ਅੱਜ ਸਾਡੇ ਬੱਚੇ ਜਿਹੜੇ ਨਸ਼ਈ ਨੂੰ ਬਣ ਗਏ ਉਹ ਨੌਕਰੀਆਂ ਦੀ ਢੇਗੇ ਦੇ ਕੋਲ ਚੜ੍ਹਦੇ ਨੇ, ਖੁਦਕੁਸ਼ੀਆਂ ਕਿਉਂ ਕਰਦੇ ਨੇ ਤੇ ਵੱਡੀ ਵਿੱਦਿਆ ਹਾਸਲ ਕਰਕੇ ਵੱਡੇ ਖਰਚ ਕਰਕੇ ਪਰਿਵਾਰਾਂ ਦੀ ਜ਼ਮੀਨਾਂ ਜਿਹੜੇ ਗਹਿਣੇ ਕਰਕੇ ਸੀ ਉਹਨੂੰ ਵਿਦੇਸ਼ੀ ਅਡਾਰੀ ਲਵਾ ਰਿਆ। ਜਾਗਦਾ ਪੰਜਾਬ ਤੇ ਪ੍ਰਬੰਧਕ ਡਾਕਟਰ ਸਲਾਮੀ ਡਾਕਟਰ ਅਲੀ ਜੀ ਬਹੁਤ ਸਾਰੀ ਟੀਮ ਚਾਲੀ ਕੋਲ ਨਾ ਕਰੇ ਚੌਧਰੀ ਬਾਕੀ ਸਾਰੀ ਸੰਗਤ ਸਭ ਤੋਂ ਪਹਿਲਾਂ ਮੈਂ ਇਸ ਗੱਲ ਦੀ ਸਾਰਿਆਂ ਨੂੰ ਵਧਾਈ ਦਿੰਦਾ ਕਿ ਅਸੀਂ ਬੜਾ ਲੰਬਾ ਸੰਘਰਸ਼ ਔਖਾ ਵਿਚਲਾ ਪੈਂਦਾ ਜਿੱਥੇ ਸੱਚੀ ਮੁੱਚੀ ਕੰਡੇ ਨਹੀਂ ਦਿਨ ਗੱਡੇ ਹੋਏ ਸੀ, ਜਿੱਥੇ ਸੱਚੀ ਮੁੱਚੀ ਆਵਾਜ਼ ਬੰਦ ਕਰੀ ਗਈ ਸੀ। ਤੁਸੀਂ ਫੋਨ ਨਹੀਂ ਕਰ ਸਕਦੇ, ਤੁਸੀਂ ਸੰਦੇਸ਼ ਨਹੀਂ ਭੇਜ ਸਕਦੇ, ਜਿੱਥੇ ਸੱਚੀ ਮੁੱਚੀ ਰਸਤੇ ਰੋਕੇ ਹੋਏ ਸੀ ਉੱਥੇ ਆਪਣੇ ਸਿੱਖ ਨਾਲ ਸਿਰਣ ਨਾਲ ਸਵਰਨ ਨਾਲ ਸੰਤੋਖ ਏਕੇ ਨਾਲ ਉਹ ਕੋਲ ਜਿੱਤ ਕੇ ਆਇਆ। ਉਹਦੇ ਸਾਰੇ ਪੰਜਾਬੀ ਸਾਰੇ ਭਾਰਤੀ ਇਸ ਗੱਲ ਦੇ ਵਧਾਈ ਦੇ ਪਾਤਰ ਨੇ। ਇੱਕ ਐਸੇ ਹੁਕਮਰਾਨ ਜਿਹੜਾ ਆਪਣੇ ਆਪ ਨੂੰ ਰੱਬ ਸਮਝਦਾ, ਜਿਹੜਾ ਮੈਨੂੰ ਲੱਗਦਾ ਹੈ ਵੀ ਜਿਵੇਂ ਹਰਨਾਕਸ਼ ਆਪਣੇ ਆਪ ਨੂੰ ਰੱਬ ਸਮਝਦਾ ਸੀ, ਜਿਵੇਂ ਕੰਸ ਆਪਣੇ ਆਪ ਨੂੰ ਰੱਬ ਸਮਝਦਾ ਸੀ, ਕੌਰਵ ਪਾਤਸ਼ਾਹ ਆਪਣੇ ਆਪ ਨੂੰ ਰੱਬ ਸਮਝਦਾ ਸੀ, ਇੱਦਾਂ ਹੀ ਉਹ ਵੀ ਆਪਣੇ ਆਪ ਨੂੰ ਰੱਬ ਸਮਝਦਾ ਹੈ। ਉਸ ਨੂੰ ਇਹ ਦੱਸ ਕੇ ਆਏ ਨੇ ਵੀ ਲੋਕਾਂ ਦਾ ਏਕਾ, ਸੰਗਤ, ਪੰਗਤ, ਵਾਹਿਗੁਰੂ ਦਾ ਆਸਰਾ ਇਹ ਵੱਡੀ ਚੀਜ਼ ਹੈ। ਮੈਨੂੰ ਬੜਾ ਯਕੀਨ ਸੀ ਜਦ ਵੀ ਕਦੇ ਬਹੁਤ ਸਾਰੇ ਝੱਖੜ ਝੋਟੇ ਆਏ, ਬਹੁਤ ਕੁਝ ਹੋਇਆ ਤੇ ਜਦ ਵੀ ਮੈਨੂੰ ਕੋਈ ਪੁੱਛਦਾ ਸੀ ਕਿ ਕੀ ਬਣੂ ਤਾਂ ਮੈਂ ਕਹਿੰਦਾ ਸੀ ਕਿਸਾਨ ਤਾਂ ਹੁਣ ਵਾਪਸ ਨਹੀਂ ਆ ਸਕਦੇ। ਜਿੰਨੀਆਂ ਕੁਰਬਾਨੀਆਂ ਇਸ ਭੋਜ ਹੋ ਚੁੱਕੀਆਂ ਹੁਣ ਪ੍ਰਾਪਤੀ ਤੋਂ ਬਗੈਰ ਨਹੀਂ ਆਇਆ ਜਾ ਸਕਦਾ। ਪਰ ਜਿਹੜਾ ਹੁਕਮਰਾਨ ਹੈ ਉਹਦੇ ਕੋਲ ਦੋ ਹੀ ਰਸਤੇ, ਇੱਕ ਰਸਤਾ ਹੈ ਕਾਨੂੰਨ ਵਾਪਸ ਲਵੇ, ਦੂਜਾ ਰਸਤਾ ਗੋਲੀ ਚਲਾਵੇ। ਗੋਲੀ ਚਲਾਉਣੀ ਉਹਨੂੰ ਮਹਿੰਗੀ ਪੈ, ਗੋਲੀ ਚਲਾਉਣ ਦਾ ਮਤਲਬ ਹੁਕਮਰਾਨ ਦਾ ਤਖਤ ਤੋੜ। ਇਸ ਨੂੰ ਗੋਲੀ ਨਹੀਂ ਚਲਾਏਗਾ ਅਸੀਂ ਜਿੱਤਾਂਗੇ। ਉਹ ਸਾਡਾ ਸਬਰ ਪਰਖ ਰਿਹਾ ਹੈ ਕਿ ਸਾਡਾ ਸਬਰ ਸਿਰੜ ਸੰਤੋਖ ਹੈ। ਸੋ ਅਸੀਂ ਜਿੱਤ ਕੇ ਬੇਕਮਸਤਾਨੀ ਆ ਗਏ, ਇਹ ਅੱਤਵਾਦੀ ਆ ਗਏ, ਨਕਸਲਵਾਦੀ ਆ ਗਏ, ਪਰ ਉਹ ਫੇਰ ਹੋਇਆ। ਫਿਰ ਉਸਨੇ ਲਖੀਮਪੁਰ ਖੀਰੀ ਦੇ ਵਿੱਚ ਕੋਸ਼ਿਸ਼ ਕਰੀ ਸੀ। ਫਿਰ ਉਹਦੇ ਮੁੱਖ ਮੰਤਰੀ ਨੇ ਕਿਹਾ ਸੀ ਸਿਰ ਪਾੜ ਲਓ ਕਿਸਾਨਾਂ ਦੇ ਕੇਸ ਜਾ ਕੇ, ਉਹ ਵੀ ਉਹਨੂੰ ਵਾਪਸ ਆਉਣਾ ਪਿਆ ਸੀ। ਤੇ ਹੁਣ ਵੀ ਉਹਨੇ ਕਿਤਾਬ ਸਿਰਜਿਆ ਸੀ ਕਿ ਮੇਰੀ ਸੁਰੱਖਿਆ ਨੂੰ ਸਾਹਮਣੇ ਲਾ ਰਿਹਾ ਸੀ ਕਿ ਮੈਂ ਬਚ ਗਿਆ। ਜਿਸ ਬੰਦੇ ਦੇ ਬਾਅਦ ਉਹਦੀ ਆਪਣੀ ਪਾਰਟੀ ਦੇ ਬੰਦੇ ਖੜੇ ਹੋ, ਜਿੱਥੇ ਕਿਸੇ ਨੇ ਇੱਕ ਰੋੜੀ ਵੀ ਨਾ ਸਿੱਟੀ ਹੋਵੇ, ਉਹਨੇ ਕਿਹੜੇ ਗੱਡੇ ਸੀ ਸਾਡੇ ਨਾਲ ਉੱਥੇ ਉਹ ਵੱਡੀ ਵੱਡੀ ਸੁਰੱਖਿਆ ਘੇਰੇ ਦੇ ਵਿੱਚ ਜਿਹੜਾ 1 ਕਰੋੜ ਤੋਂ ਉੱਪਰ ਰੋਜ਼ ਸੁਰੱਖਿਆ ਦੇ ਖਰਚਾ ਕਰਦਾ, ਪੂਰੀ ਸੁਰੱਖਿਆ ਦਾ ਨਹੀਂ ਇੱਕ ਐਸਪੀਜੀ ਦਾ 1 ਕਰੋੜ ਤੋਂ ਵੱਧ ਦੀ ਸੁਰੱਖਿਆ ਦੇ ਘੇਰੇ, ਉਹ ਜਿਹੇ 4 ਘੇਰੇ ਉਹਨਾਂ ਦਾ ਖਰਚਾ ਥੋੜਾ ਘੱਟ ਹੈ। ਉਤੋਂ ਵਿੱਚ ਰਹਿਣ ਵਾਲਾ ਜਿਹੜੀ ਗੱਡੀ ਦੇ ਆਕਾਰ ਦੇ ਬੰਬ ਵੀ ਨਹੀਂ ਚੱਲ ਸਕਦਾ, ਉਸ 'ਚ ਰਹਿਣ ਵਾਲਾ ਉਹ ਹੁਕਮਰਾਨ ਡਰਿਆ ਹੋਇਆ ਸੀ। ਉਹ ਡਰਿਆ ਕਿ ਇਸ ਤੋਂ ਨਹੀਂ ਸੀ ਅਸੀਂ ਉੱਤੇ ਹਮਲਾ ਕਰਨਾ ਹੈ, ਉਹ ਸਾਡਾ ਮਹਿਮਾਨ ਸੀ, ਭਾਵੇਂ ਉਹ ਆਪਣੀ ਪਾਰਟੀ ਦੀ ਰੈਲੀ ਵਾਸਤੇ ਆਇਆ ਸੀ ਔਰ ਅਸੀਂ ਪੰਜਾਬੀ ਮਹਿਮਾਨ ਦੀ ਕਮਰਾ ਨਹੀਂ।
ਅਸੀਂ ਪਿੱਛੇ ਸਿਰਾਂ ਨਹੀਂ ਘੋਟਦੇ, ਅਸੀਂ ਸਾਹਮਣੇ ਲੜਾਈ ਕਰਦੇ। ਇਸੇ ਕਰਕੇ ਕਵੀ ਨੇ ਕਿਹਾ ਮਾਂ ਮੇਰਾ ਕਾਤਲ ਹੀ ਕੱਚਾ ਨਿਸ਼ਾਨ ਸੀ, ਮੈਂ ਗੋਲੀ ਤੋਂ ਕਰਨ ਭੁਆਈ ਸਾਂ। ਅਸੀਂ ਗੋਲੀ ਖਾਣਾ ਚਾਹੁੰਦੇ ਹਾਂ, ਅਸੀਂ ਨੀਹਾਂ ਚ ਚਲੇ ਜਾਣਾ ਚਾਹੁੰਦੇ ਹਾਂ। ਸਾਡੇ ਗੁਰੂ ਸਾਹਿਬ ਨੇ ਜਫਰਨਾਮਾ ਲਿਖ ਕੇ ਔਰੰਗਜ਼ੇਬ ਨੂੰ ਦੱਸਤਾ ਸੀ ਵੀ ਤੂੰ ਲਿਖੇ ਜਾ, ਮੈਂ ਤੇਰਾ ਰਾਜ ਨਹੀਂ ਹੋਣਾ, ਪਰ ਤੇ ਜ਼ੁਲਮ ਦੇ ਖਿਲਾਫ ਤੇ ਮੇਰੀ ਟੱਕਰ ਰਹੇਗੀ। 4 ਮਹੀਨੇ ਤੋਂ ਕਿਆ ਜੀਵਤ ਕਰੀਏ तो बहुत सारे इस करके ये पक्ष ਨੂੰ ਅੱਜ ਵੀ ਅਸੀਂ ਤੈਨੂੰ ਕਹਿੰਦੇ ਆਪਾਂ ਨੂੰ ਪਤਾ ਨਹੀਂ ਗਿਣਤੀ ਨਹੀਂ ਕਰਾਂਗਾ, ਹਰ ਪਾਸੇ ਸੰਕਟ। ਉਹ ਸੰਕਟ ਨੂੰ ਅਸੀਂ ਚੀਰਨਾ, ਉਹ ਹਨੇਰੇ ਨੂੰ ਚੀਰਨਾ, ਉਹ ਧੁੰਦ ਨੂੰ ਚੀਰਨਾ ਤੇ ਗੁਰੂ ਸਾਹਿਬ ਦਾ ਵਾਕ ਪੂਰਾ ਕਰਨਾ। ਮੇਰੀ ਧੁੰਦ ਜਗ ਚਾਹਨਾ, ਜਿਹੜੀ ਧੁੰਦ ਹੈ ਚੀਜ਼ ਤੇ ਕਿਤੇ ਚਾਹਨਾ ਕਰਨਾ। ਗੱਲ ਦਾ ਕੀ ਰਾਜੇ ਦਾ ਗੱਲ ਕਰੋ ਦਰਿਆ पूरा नाम सच करना ही करना। तो इस करके ये असं ध्यान करते हुए मैं इस गलों गलवादियाँ एक पास तो जानता पंजाब जोड़ा है ये बहुत सारिया जो समस्या जो बच्चों की पढ़ाई ने चाहे होर ने उन्होंने वास्ते